ਅੱਜ ਦੀ ਜਿਹੜੀ ਵੀਡੀਓ ਆਪਾਂ ਜਿਵੇਂ ਬਾਬੇ ਨਾਨਕ ਦੀ ਗੱਲ ਕਹੀ ਸੀ, ਬਾਬੇ ਨਾਨਕ ਦੀ ਜੀਵਨ ਤੋਂ ਹਨਾ ਆਪਾਂ ਜਾਂ ਗੁਣਾਂ ਤੋਂ ਅਸੀਂ ਉਹਨਾਂ ਨੂੰ ਸਮਝਣਾ ਤੇ ਉਹਨਾਂ ਨੂੰ ਅਜੋਕੇ ਸਮੇਂ ਦੇ ਵਿੱਚ ਇਹ ਦੇਖਣਾ ਵੀ ਉਹਨਾਂ ਗੁਣਾਂ ਦਾ ਜਾਂ ਉਹਨਾਂ ਚੀਜ਼ਾਂ ਦਾ ਅਸੀਂ ਆਪਣੇ ਪਰਸਨਲ ਲਾਈਫ ਦੇ ਵਿੱਚ ਕਿਵੇਂ ਪ੍ਰੈਕਟੀਕਲੀ ਅਸੀਂ ਲਾਗੂ ਕਰਕੇ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਬੈਟਰ ਬਣਾ ਸਕਦੇ ਹਾਂ ਨਾ। ਉਹ ਸੀਰੀਜ਼ ਦੇ ਵਿੱਚ ਅੱਗੇ ਹੁੰਦਾ ਵਾ ਵੀ ਲੈਗੇਸੀ ਸਿਸਟਮ ਹੈ ਨਾ। ਪਰ ਥੋੜ੍ਹਾ ਜਿਹਾ ਮੈਂ ਪਹਿਲਾਂ ਲੈਗੇਸੀ ਸਿਸਟਮ ਬਾਰੇ ਦੱਸੂਗਾ, ਫਿਰ ਦੱਸੂਗਾ ਵੀ ਜਿਵੇਂ ਬਾਬੇ ਨਾਨਕ ਨੇ ਵੀ ਲੈਗੇਸੀ ਸਿਸਟਮ ਦਾ ਵਿਰੋਧ ਕਿਵੇਂ ਕੀਤਾ। ਲੈਗੇਸੀ ਸਿਸਟਮ ਹੁੰਦਾ ਪੀੜ੍ਹੀ ਦਰ ਪੀੜ੍ਹੀ, ਪਿਤਾ ਪੁਰਖੀ ਲਾ ਲਈਏ ਜਾਂ ਪੀੜ੍ਹੀ ਦਰ ਪੀੜ੍ਹੀ ਲਾ ਲਈਏ ਹੈ ਨਾ। ਜਿਵੇਂ ਲਾ ਲਓ ਪਹਿਲੇ ਗੋਤ ਸਿਸਟਮ ਵੀ ਜਿਹੜਾ ਹੈਗਾ ਵਾ ਪੀੜ੍ਹੀ ਦਰ ਪੀੜ੍ਹੀ ਆ, ਵੀ ਤੁਹਾਡੇ ਪਿਓ ਦਾ ਗੋਤ ਤੁਹਾਨੂੰ ਵਿਰਸੇ 'ਚ ਮਿਲਦਾ ਵਾ। ਜਾਇਦਾਦ ਸਿਸਟਮ ਵੀ ਜਿਹੜਾ ਹੈਗਾ ਵਾ ਪੀੜ੍ਹੀ ਦਰ ਪੀੜ੍ਹੀ ਆ ਹੈ ਨਾ, ਵੀ ਤੁਹਾਡੀ ਪਿਤਾ ਦੀ ਪ੍ਰੋਪਰਟੀ ਹੈ ਨਾ ਤੁਹਾਨੂੰ ਮਿਲਦੀ ਆ। ਉਸ ਤੋਂ ਬਾਅਦ ਇੱਜ਼ਤ ਬੇਇੱਜ਼ਤੀ ਵੀ ਹੈਗੀ ਪੀੜ੍ਹੀ ਦਰ ਪੀੜ੍ਹੀ। ਜੇਕਰ ਮਤਲਬ ਤੁਹਾਡਾ ਬਾਪ ਮਾਂ ਪਿਓ ਸ਼ਰਾਬੀ ਕਬਾਬੀ ਆ ਜਾਂ ਮਤਲਬ ਕੋਈ ਗਲਤ ਬੰਦਾ ਵਾ ਹੈ ਨਾ, ਤਾਂ ਲਾ ਲਓ ਵੀ ਹਿੰਦੂਇਜ਼ਮ ਦੇ ਅਕੋਰਡਿੰਗਲੀ ਵੀ ਜਿਹੜੇ ਜਿਨ੍ਹਾਂ ਨੂੰ ਮਤਲਬ ਜਿਹੜੇ ਕੰਮ ਕੀਤਿਆਂ ਨੂੰ ਹੈ ਨਾ ਨੀਵਾਂ ਦਰਜਾ ਸਮਝਿਆ ਗਿਆ ਵਾ, ਉਹਨਾਂ ਨਾਲ ਜੁੜੇ ਹੋਏ ਲੋਕ ਨੇ ਹੈ ਨਾ, ਤਾਂ ਉਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਉਹ ਚੱਲਦਾ ਰਹਿੰਦਾ ਹੈ ਨਾ। ਅਤੇ ਮਾਨ ਸਨਮਾਨ ਵੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਅਤੇ ਜਿਵੇਂ ਹਿੰਦੂਇਜ਼ਮ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਵੀ ਜਿਹੜੇ ਪਿਓ ਦਾ ਬਦਲਾ ਵਾ ਫਿਰ ਅੱਗੇ ਬੇਟਾ ਲੈਂਦਾ ਸੀ, ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀਗਾ ਹੈ ਨਾ। ਸੂਤ ਵੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੁੰਦਾ ਸੀ ਅੱਗੇ, ਵੀ ਜਿਵੇਂ ਵਿਆਜ ਜਿਹਨੂੰ ਵਿਆਜ ਕਹਿੰਦੇ ਆ, ਵੀ ਪਿਓ ਦਾ ਵਿਆਜ ਬੱਚਾ ਲਾਊਗਾ, ਇੱਦਾਂ ਦੀ ਪੀੜ੍ਹੀ ਦਰ ਪੀੜ੍ਹੀ ਪ੍ਰਥਾ ਸੀਗੀ। ਤਾਂ ਜਿਹੜੀ ਪੀੜ੍ਹੀ ਦਰ ਪੀੜ੍ਹੀ ਪ੍ਰਥਾ ਸੀਗੀ ਹੈ ਨਾ, ਉਹਦੇ ਵਿੱਚ ਜਿਹੜਾ ਕਿਰਤੀ ਵਰਗ ਸੀਗਾ ਉਹ ਬਹੁਤ ਪੀਸਿਆ ਗਿਆ ਸੀਗਾ। ਇਸ ਚੀਜ਼ ਨੇ ਕਿਰਤੀ ਵਰਗ ਨੂੰ ਬਹੁਤ ਢਾਹ ਲਾਈ ਆ, ਅਤੇ ਇਹਨੇ ਰਾਜੇ ਵਰਗ ਨੂੰ ਬੜਾ ਫਾਇਦਾ ਦਿੱਤਾ ਸੀਗਾ। ਇਹ ਰਾਜਾ ਨੇ ਆਪਣੇ ਫਾਇਦੇ ਲਈ ਲਾ ਲਓ ਜਾਂ ਆਪਣੇ ਉਹ ਨਿੱਜੀ ਸਵਾਰਥਾਂ ਲਈ ਲਾ ਲਓ ਜਾਂ ਛੋਟੀ ਸੋਚ ਨੂੰ ਲਾ ਲਓ ਉਹਨਾਂ ਦੀ ਹੈ ਨਾ, ਕਿਉਂਕਿ ਛੋਟੀ ਸੋਚ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਲੌਂਗ ਟਰਮ ਨਹੀਂ ਸੋਚਿਆ, ਸ਼ਾਰਟ ਟਰਮ ਸੋਚਿਆ। ਉਹ ਵੀ ਦੱਸੂਗਾ ਕਿਵੇਂ ਆ, ਉਹ ਬਾਅਦ ਦੀ ਗੱਲ ਆ। ਜਿਵੇਂ ਰਾਜਿਆਂ ਨੂੰ ਕੀ ਫਾਇਦਾ ਹੁੰਦਾ ਵੀ ਰਾਜੇ ਦੀ ਗੱਦੀ ਰਾਜੇ ਦੇ ਮੁੰਡੇ ਨੂੰ ਜਾਊਗੀ ਹੈ ਨਾ, ਤਾਂ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਸੀ ਹੈ ਨਾ। ਸੋ ਜਿਹੜਾ ਇਹ ਕਨਸੈਪਟ ਸੀਗਾ ਇਹਨੂੰ ਗੁਰੂਆਂ ਨੇ ਭੰਡਿਆ ਸੀਗਾ, ਠੀਕ ਆ। ਇਹਨੂੰ ਭੰਡਣ ਲਈ ਇਹ ਪੀੜ੍ਹੀ ਦਰ ਪੀੜ੍ਹੀ ਸਿਸਟਮ ਚੱਲਦਾ ਕੀ ਸੀਗਾ, ਉਹਦੀਆਂ ਕੰਡੀਸ਼ਨਾਂ ਕੀ ਸੀਗਾ। ਪੀੜ੍ਹੀ ਦਰ ਪੀੜ੍ਹੀ ਸਿਸਟਮ ਚੱਲਣ ਦੇ ਪਿੱਛੇ ਕੰਡੀਸ਼ਨਾਂ ਇਹ ਹੁੰਦੀਆਂ ਸੀਗੀਆਂ। ਕੰਡੀਸ਼ਨ ਇਹ ਲਾਈ ਗਈ, ਇਹਦੇ ਵਿੱਚ ਬੜੀ ਚਲਾਕ ਕੰਡੀਸ਼ਨ ਲਾਈ ਗਈ ਸੀ ਵੀ ਤੁਸੀਂ ਆਪਣੇ ਮਾਂ ਪਿਓ ਦੀ ਆਗਿਆ ਦਾ ਪਾਲਣ ਕਰਨਾ ਬਿਨਾਂ ਕਿਸੇ ਸ਼ਰਤ ਦੇ। ਹੁਣ ਮੰਨ ਲਓ ਅੱਗੇ ਕੋਈ ਜਿਹੜਾ ਵੀ ਕਿਰਤ ਕਰਦਾ ਸੀ ਨਾ, ਉਹਦਾ ਪਿਓ ਉਹਨੂੰ ਧੱਕੇ ਨਾਲ ਆਪਣੇ ਮੁੰਡੇ ਨੂੰ ਕਿਰਤ ਕਰਾਉਂਦਾ ਸੀ ਵੀ ਇਹੀ ਤੈਨੂੰ ਕਿਰਤ ਕਰਨੀ ਪੈਣੀ, ਇਹੀ ਕੰਮ ਕਰਨੇ ਪੈਣੇ। ਉਹਨੇ ਮਾਮੇ ਚਾਚੇ ਤਾਏ ਧੱਕੇ ਨਾਲ ਉਹਨੂੰ ਇਸੇ ਕੰਮ ਦੇ ਵਿੱਚ ਇੰਡਲਜ ਕਰ ਦਿੰਦੇ ਸੀ। ਜੇ ਕੋਈ ਖੇਤੀ ਕਰਦਾ ਖੇਤੀ ਕਰਨੀ ਪੈਣੀ, ਜੇ ਕੋਈ ਗਾਉਣ ਵਜਾਉਣ ਕਰਦਾ ਗਾਉਣ ਵਜਾਉਣੀ ਕਰਨਾ, ਜੇ ਕੋਈ ਸਾਫ਼ ਸਫਾਈ ਦਾ ਕੰਮ ਕਰਦਾ ਇਹਨੂੰ ਸਾਫ਼ ਸਫਾਈ ਕਰਨੀ ਪੈਂਦੀ ਸੀ ਹੈ ਨਾ। ਇਹ ਕਹਿ ਦਿੰਦੇ। ਅਤੇ ਜਦੋਂ ਇਸ ਚੀਜ਼ ਦੇ ਵਿੱਚ ਕੰਡੀਸ਼ਨ ਕੀ ਲੱਗੀ, ਉਹ ਕਹਿੰਦੇ ਵੀ ਦੇਖੋ ਸਾਰੇ ਸਮਾਜ ਨੂੰ ਰੈਫਰੈਂਸ ਪੁਆਇੰਟ ਬਣਾ ਲੈਂਦੇ। ਦੇਖੋ ਸਾਰੇ ਜਿਹੜੇ ਹੈਗੇ ਆ ਉਹ ਆਪਣੇ ਮਾਂ ਪਿਓ ਦੀ ਆਗਿਆ ਮੰਨਦੇ ਆ। ਹੁਣ ਜਦੋਂ ਤੁਹਾਨੂੰ ਇੱਕ ਬੱਚਾ ਹੁੰਦਾ ਸੀਗਾ ਉਹਦੇ ਦਿਮਾਗ 'ਚ ਆਉਂਦਾ ਵੀ ਸਾਰੇ ਮਾਂ ਪਿਓ ਦੀ ਆਗਿਆ ਮੰਨਦੇ ਆ, ਤਾਂ ਸਹੀ ਉਹ ਮੰਨਦੇ ਹੋਣੇ ਆ ਹੈ ਨਾ। ਇਸ ਕਰਕੇ ਕੀ ਆ, ਉਹ ਵੀ ਆਪਣੇ ਮਾਂ ਪਿਓ ਦੀ ਆਗਿਆ ਮੰਨ ਕੇ ਆਪਣੇ ਮਨ ਨੂੰ ਮਾਰ ਕੇ ਹੈ ਨਾ ਉਹੀ ਚੀਜ਼ਾਂ ਕਰੀ ਜਾਂਦੇ। ਜਦੋਂ ਕਹਿੰਦੇ ਵੀ ਕੋਈ ਵੀ ਗੱਲ ਹੁੰਦੀ ਸੀ ਕਹਿੰਦੇ ਦੇਖੋ ਸਾਰੇ ਮੰਨਦੇ ਆ ਮਾਂ ਪਿਓ ਦੀ ਆਗਿਆ, ਵੀ ਜੇਕਰ ਉਹਦੇ ਪਿਓ ਉਹ ਕਰਜ਼ੇ ਨੂੰ ਲਾ ਰਿਹਾ ਤਾਂ ਤੁਹਾਨੂੰ ਵੀ ਲਾਉਣਾ ਪੈਣਾ। ਇੱਦਾਂ ਮਤਲਬ ਗੱਲਾਂ ਮਨਾਈਆਂ ਜਾਂਦੀਆਂ। ਫਿਰ ਜਿਵੇਂ ਕਿ ਇਹ ਵੀ ਚੀਜ਼ ਮਨਾ ਲਈ ਜਾਂਦੀ ਸੀਗੀ ਵੀ ਤੁਸੀਂ ਵੀ ਰਾਜੇ ਦੀ ਗੱਲ ਮੰਨਣੀ ਕਿਉਂਕਿ ਤੇਰਾ ਪਿਓ ਮੰਨਦਾ ਸੀਗਾ ਹੈ ਨਾ, ਕਿਉਂਕਿ ਇਸ ਤਰ੍ਹਾਂ ਰੈਫਰੈਂਸ ਪੁਆਇੰਟ ਸਾਰੇ ਮੰਨਦੇ ਆ। ਵੀ ਸਮਾਜ ਦੇਖ ਲਓ, ਸਾਰਾ ਸਮਾਜ ਮੰਗਦਾ। ਰਾਜਾ ਵੀ ਦੇਖ ਲਓ, ਆਪਣੇ ਰਾਜੇ ਦਾ ਮੁੰਡਾ ਵੀ ਰਾਜੇ ਦੇ ਮੁੰਡੇ ਆਪਣੇ ਪਿਓ ਦੀ ਗੱਲ ਮੰਨਦਾ। ਇਹਦੇ ਨਾਲ ਪੰਗਾ ਕੀ ਪੈਂਦਾ ਸੀਗਾ, ਜੇ ਕਿਰਤੀ ਦਾ ਮੁੰਡਾ ਆਪਣੇ ਪਿਓ ਦੀ ਗੱਲ ਮੰਨਦਾ, ਧਿਆਨ ਨਾਲ ਸਮਝਿਓ, ਜਦੋਂ ਕਿਰਤੀ ਦਾ ਮੁੰਡਾ ਆਪਣੇ ਪਿਓ ਦੀ ਗੱਲ ਮੰਨਦਾ ਤਾਂ ਉਹਨੂੰ ਗੁਲਾਮੀ ਵਿਰਸੇ 'ਚ ਆਉਂਦੀ ਸੀਗੀ। ਜੇ ਰਾਜੇ ਦਾ ਮੁੰਡਾ ਆਪਣੇ ਪਿਓ ਦੀ ਗੱਲ ਮੰਨਦਾ ਸੀਗਾ ਤਾਂ ਉਹਨੂੰ ਰਾਜ ਭਾਗ ਵਿਰਸੇ 'ਚ ਆਉਂਦਾ ਸੀਗਾ, ਠੀਕ ਆ। ਤਾਂ ਇਹ ਚਲਾਕੀ ਵਰਤੀ ਗਈ ਸੀਗੀ। ਤਾਂ ਗੁਰੂਆਂ ਨੇ ਇਸ ਚੀਜ਼ ਨੂੰ ਭਾਫਿਆ ਸੀਗਾ ਅਤੇ ਉਹਨਾਂ ਨੇ ਉਸ ਚੀਜ਼ ਦਾ ਤੋੜ ਲੱਭਿਆ ਸੀਗਾ, ਕਿਉਂਕਿ ਇਹ ਚਲੋ ਇਹ ਅਲੱਗ ਚੀਜ਼ ਹੈ, ਬਾਅਦ 'ਚ ਦੱਸੂਗਾ। ਚਲੋ ਇਹ ਚੀਜ਼ ਖਤਮ ਹੋ ਗਈ। ਤਾਂ ਗੁਰੂਆਂ ਨੇ ਜਿਹੜਾ ਲੈਗੇਸੀ ਸਿਸਟਮ ਸੀਗਾ ਜਾਂ ਪੀੜ੍ਹੀ ਦਰ ਪੀੜ੍ਹੀ ਸਿਸਟਮ ਸੀਗਾ ਉਹਨੂੰ ਭੰਡਿਆ ਸੀਗਾ। ਜਿਵੇਂ ਐਗਜ਼ਾਮਪਲਾਂ ਦਊਂਗਾ ਤੁਹਾਨੂੰ। ਜਿਵੇਂ ਗੁਰੂਆਂ ਦੇ ਪਿਓ ਨੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਨੇ ਜਦੋਂ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜਨੇਊ ਪਾਓ ਹੈ ਨਾ, ਤਾਂ ਉਹਨਾਂ ਨੇ ਵਿਰੋਧ ਕਰਤਾ, ਠੀਕ ਆ। ਆਪਣੇ ਪਿਓ ਦੀ ਆਗਿਆ ਮੰਨਣ ਤੋਂ ਵਿਰੋਧ ਕਰਤਾ। ਪਰ ਇੱਥੇ ਕੰਡੀਸ਼ਨ ਹਮੇਸ਼ਾ ਯਾਦ ਰੱਖਿਓ, ਉਹਨਾਂ ਨੇ ਹਰੇਕ ਗੱਲ ਦਾ ਵਿਰੋਧ ਨਹੀਂ ਕੀਤਾ ਸੀ, ਉਹਨਾਂ ਨੇ ਝੂਠੀਆਂ ਗੱਲਾਂ ਦਾ ਵਿਰੋਧ ਕੀਤਾ ਸੀਗਾ ਹੈ ਨਾ, ਜਿਨ੍ਹਾਂ ਦਾ ਬੇਤੁਕੀਆਂ ਗੱਲਾਂ ਦਾ ਲਾ ਲਓ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਚੀਜ਼ਾਂ ਨੂੰ ਸਮਝ ਕੇ ਹੈ ਨਾ। ਤਾਂ ਉਹਨਾਂ ਨੇ ਸੱਚ ਦੇ ਨਾਲ ਖੜ੍ਹਦੇ ਸੀਗੇ, ਤਾਂ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ, ਠੀਕ ਆ। ਤਾਂ ਜੇ ਪਿਓ ਸਾਡਾ ਸਾਨੂੰ ਝੂਠੀ ਚੀਜ਼ਾਂ ਜਾਂ ਝੂਠੀਆਂ ਰਵਾਇਤਾਂ ਦੇ ਵਿੱਚ ਫਸਾਉਂਦਾ ਵਾ ਤਾਂ ਉਹਦਾ ਵਿਰੋਧ ਕਰਨਾ, ਪਹਿਲੀ ਗੱਲ ਇਹ ਵੀ ਸਿੱਖਣੀ ਆ ਤੁਸੀਂ ਹੈ ਨਾ ਇੱਥੋਂ। ਦੂਜੀ ਗੱਲ ਆਉਂਦੀ ਆ ਵੀ ਗੁਰੂ ਨਾਨਕ ਦੇਵ ਜੀ ਨੇ ਉਸ ਚੀਜ਼ ਸਮਾਜ ਦੇ ਵਿੱਚ ਜਿਹੜੇ ਲੋਕ ਕਰਦੇ ਸੀਗੇ ਵੀ ਆਪਣੇ ਪਿਤਾ ਪੁਰਖੀ ਦੇ ਕੇ ਕਿਰਤ ਨੂੰ ਇੱਕ ਚੀਜ਼ ਨੂੰ ਲੈ ਕੇ ਚੱਲਣਾ, ਉਹਦਾ ਵੀ ਵਿਰੋਧ ਕੀਤਾ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹਰੇਕ ਚੀਜ਼ ਨੂੰ ਕਰਕੇ ਦਿਖਾਇਆ। ਮਲਟੀ ਟੈਲੈਂਟਡ ਦੀ ਜਿਹੜੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਨੇ ਵੀ ਕੀਤੀ ਸੀਗੀ, ਵੀ ਕਿਰਤੀ ਵਰਗ ਦਾ ਬੰਦਾ ਹਰੇਕ ਚੀਜ਼ ਕਰ ਸਕਦਾ। ਉਹਨਾਂ ਨੇ ਬਾਣੀ ਵੀ ਮਤਲਬ
ਮਤਲਬ ਗਾ ਕੇ ਉਹ ਮਤਲਬ ਕੀਰਤਨ ਵੀ ਕਰਦੇ ਹੁੰਦੇ ਸੀ ਹੈ ਨਾ। ਤੇ ਉਹਨਾਂ ਨੇ ਮਤਲਬ ਸੰਗੀਤ ਲਾ ਲਓ, ਸੰਗੀਤ ਨਦੀ ਵਿੱਚ ਵੀ ਬਾਣੀ ਲਾ ਲਓ, ਸੰਗੀਤ ਲਾ ਲਓ ਹੈ ਨਾ, ਰਾਗ ਲਾ ਲਓ ਹੈ ਨਾ, ਜਿੱਦਾਂ ਵੀ ਲਾ ਲਓ, ਉਹਨਾਂ ਦੀ ਵੀ ਸਮਝ ਲਿੱਤੀ ਆ। ਉਹਨਾਂ ਨੇ ਖੇਤੀਬਾੜੀ ਵੀ ਕੀਤੀ, ਉਹਨਾਂ ਨੇ ਵਪਾਰ ਵੀ ਕੀਤਾ ਹੈ ਨਾ, ਤਾਂ ਉਹਨਾਂ ਨੇ ਸੇਵਾ ਵੀ ਕੀਤੀ ਹੈ ਨਾ, ਉਹਨਾਂ ਨੇ ਸਾਫ਼ ਸਫਾਈ ਦਾ ਕੰਮ ਵੀ ਕੀਤਾ। ਇਹਦਾ ਮਤਲਬ ਕੀ ਆ, ਉਹਨਾਂ ਨੇ ਮਤਲਬ ਬੇਸਿਕਲੀ ਆਪਾਂ ਜੇ ਲਾ ਲਈਏ ਤਾਂ ਉਹਨਾਂ ਨੇ ਮਲਟੀ ਟੈਲੈਂਟਡ ਦੀ ਵੀ ਸ਼ੁਰੂਆਤ ਕੀਤੀ, ਜਿਹੜੀ ਕਿ ਪਹਿਲੇ ਅਲਾਉਡ ਨਹੀਂ ਸੀਗੀ। ਪੀੜ੍ਹੀ ਦਰ ਪੀੜ੍ਹੀ ਤੁਹਾਨੂੰ ਆਪਣੇ ਪਿਤਾ ਪੁਰਖੀ ਕੰਮ ਕਰਨਾ ਪੈਂਦਾ ਸੀ, ਤੁਸੀਂ ਆਪਣੇ ਪਿਤਾ ਪੁਰਖੀ ਕੰਮ ਤੋਂ ਬਾਹਰ ਨਹੀਂ ਜਾ ਸਕਦੇ ਸੀ। ਤਾਂ ਉਹਨਾਂ ਨੇ ਆਪਣੇ ਪਿਤਾ ਪੁਰਖੀ ਕੰਮ ਤੋਂ ਬਾਹਰ ਜਾ ਕੇ ਕੰਮ ਕੀਤੇ ਹੈ ਨਾ। ਤੇ ਉਹਨੇ ਮਲਟੀ ਟੈਲੈਂਟਡ ਦੀ ਸ਼ੁਰੂਆਤ ਵੀ ਕੀਤੀ ਸੀ, ਜਿਹੜੀ ਬਾਅਦ ਚ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਹੋਰ ਪੱਕੀ ਕਰਤੀ, ਸ਼ਸਤਰ ਚਲਾਉਣੇ ਵੀ ਜ਼ਰੂਰੀ ਕਰਤੇ ਸੀਗੇ ਹੈ ਨਾ, ਮਲਟੀ ਟੈਲੈਂਟਡ ਬਣਾਉਣ ਦੀ। ਤਾਂ ਪੀੜ੍ਹੀ ਦਰ ਪੀੜ੍ਹੀ ਜਿਹੜਾ ਕਿੱਤੇ ਦੀ ਗੁਲਾਮੀ ਸੀ ਉਹਦੇ ਵਿੱਚ ਵੀ ਕੱਢਿਆ ਸੀਗਾ। ਤੇ ਗੁਰੂਆਂ ਨੇ ਪੀੜ੍ਹੀ ਦਰ ਪੀੜ੍ਹੀ ਲੈਗੇਸੀ ਸਿਸਟਮ ਦਾ ਬਹੁਤ ਵਿਰੋਧ ਕੀਤਾ ਵਾ। ਤੇ ਹੁਣ ਇਸ ਚੀਜ਼ ਨੂੰ ਚਲੋ ਇੱਥੇ ਸਟਾਪ ਕਰਨੇ ਨਹੀਂ ਹੈ ਨਾ, ਤੁਹਾਨੂੰ ਦੱਸ ਕੇ ਹੁਣ ਇਹਦੇ ਵਿੱਚ ਹੋਰ ਵੀ ਚਲੋ ਐਡ ਕਰ ਦਿੰਦੇ ਵੀ ਜਿਵੇਂ ਅੱਗੇ ਹੁੰਦਾ ਸੀ ਵੀ ਆਪਣੀ ਵਿਰਾਸਤ ਦੇਣੀ ਆਪਣੇ ਬੱਚਿਆਂ ਨੂੰ। ਗੁਰੂ ਨਾਨਕ ਦੇਵ ਜੀ ਨੇ ਜਿਹੜੀ ਉਹਨਾਂ ਨੇ ਖੋਜ ਕੀਤੀ ਸੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿ ਦਿੰਦੇ ਆਪਾਂ, ਆਪਣੀ ਜਿਹੜੀ ਖੋਜ ਆ ਉਹਦੇ ਵਿਰਾਸਤ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ, ਠੀਕ ਆ। ਉਹਨਾਂ ਨੇ ਯੋਗ ਬੰਦੇ ਨੂੰ ਦਿੱਤੀ, ਜਿਹੜਾ ਕਿ ਚਲੋ ਅੱਗੇ ਦੂਜੇ ਗੁਰੂਆਂ ਨੂੰ ਨਾ ਉਹਨਾਂ ਨੇ ਸਮਰਪਿਤ ਕੀਤੀ ਸੀ। ਤਾਂ ਜਿਹੜਾ ਹੁਣ ਇਹ ਅਗਲੀ ਐਗਜ਼ਾਮਪਲ ਆ ਵੀ ਪੀੜ੍ਹੀ ਦਰ ਪੀੜ੍ਹੀ ਤੋਂ ਉਹਨਾਂ ਨੇ ਮਤਲਬ ਉਸ ਚੀਜ਼ ਤੋਂ ਮਤਲਬ ਲੈਗੇਸੀ ਸਿਸਟਮ ਉਹਨਾਂ ਨੇ ਭੰਡਿਆ ਤੇ ਉਹਨੂੰ ਪ੍ਰੈਕਟੀਕਲੀ ਭੰਡਿਆ ਕਰਕੇ ਦਿਖਾਇਆ। ਹੁਣ ਇਸ ਚੀਜ਼ ਦਾ ਆਪਾਂ ਜੇ ਲਾਈਏ ਵੀ ਅਜੋਕੇ ਸਮੇਂ ਦੇ ਵਿੱਚ ਕੀ ਮਹੱਤਵ ਆ, ਹੁਣ ਇਹ ਬਹੁਤ ਜ਼ਰੂਰੀ ਹੈ ਸਮਝਣਾ। ਹੁਣ ਮੰਨ ਲਓ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਸਿਸਟਮ ਬਣਿਆ ਹੋਇਆ ਹੈ ਨਾ, ਇਹਦੇ ਵਿੱਚ ਹੁਣ ਮੰਨ ਲਓ ਮੈਂ ਆਪਣੇ ਆਪ ਤੇ ਲਿਆਉਣਾ ਹੈ ਨਾ, ਮੈਂ ਮਤਲਬ ਬੇਈਮਾਨੀ ਬੇਈਮਾਨੀ ਕਰਕੇ ਪੈਸਾ ਇਕੱਠਾ ਕਰਦਾ ਹੈ ਨਾ। ਮੈਨੂੰ ਪਤਾ ਵੀ ਮੈਂ ਇੱਕ ਵਾਰੀ ਬੇਈਮਾਨੀ ਕਰਕੇ ਪੈਸਾ ਇਕੱਠਾ ਕਰ ਲਿਆ, ਇਹ ਮੇਰੀ ਅਗਲੀ ਪੀੜ੍ਹੀ ਨੂੰ ਚਲੇ ਜਾਣਾ, ਠੀਕ ਆ। ਹੁਣ ਮੇਰੇ ਕੋਲ ਮੋਟਿਵ ਵੀ ਹੈਗਾ, ਮੈਨੂੰ ਦੀਂਦਾ ਵੀ ਅੱਗੇ ਹੋ ਕੀ ਜਾਣਾ ਹੈ ਨਾ, ਮੇਰਾ ਜਿਹੜਾ ਦਿਮਾਗ ਵਿੱਚ ਚੱਲ ਰਿਹਾ ਵਿਚਾਰ ਨੇ ਉਹ ਕੰਪਲੀਟ ਹੋ ਰਿਹਾ ਨਾ। ਮੈਂ ਸੋਚਿਆ ਵੀ ਮੈਂ ਪੈਸਾ ਬੇਈਮਾਨੀ ਕਰਕੇ ਇਕੱਠਾ ਕਰ ਲੂੰਗਾ ਤੇ ਅਗਲੀ ਪੀੜ੍ਹੀਆਂ ਸੌਖੀ ਹੋਣਗੀਆਂ। ਪੀੜ੍ਹੀ ਦਰ ਪੀੜ੍ਹੀ ਸੋਚਦੇ ਆ ਨਾ, ਉਹਦੀ ਕਰਕੇ ਸਾਰੀਆਂ ਪ੍ਰੋਬਲਮਾਂ ਆਉਂਦੀਆਂ। ਬੇਈਮਾਨੀ ਦੀ ਜੜ ਕੀ ਹੋ ਗਈ, ਪੀੜ੍ਹੀ ਦਰ ਪੀੜ੍ਹੀ। ਹੁਣ ਜੇ ਮੈਨੂੰ ਪਤਾ ਹੋਊਗਾ ਮੈਂ ਜੇ ਪੈਸਾ ਇਕੱਠਾ ਕਰੂੰਗਾ ਮੇਰੀ ਅਗਲੀ ਪੀੜ੍ਹੀ ਨੂੰ ਨਹੀਂ ਜਾਣਾ ਹੈ ਨਾ, ਅਗਲੀ ਪੀੜ੍ਹੀ ਨੂੰ ਮੇਰਾ ਪੈਸਾ ਜੇ ਨਹੀਂ ਜਾਣਾ ਹੈ ਨਾ, ਤਾਂ ਫਿਰ ਮੇਰੇ ਕੋਲ ਕੋਈ ਰੀਜ਼ਨ ਨਹੀਂ ਰਹਿੰਦਾ ਵੀ ਇੰਨਾ ਪੈਸਾ ਇਕੱਠਾ ਕਰਨ ਦਾ। ਫਿਰ ਬਾਅਦ ਦੇ ਵਿੱਚ ਤਾਂ ਉਹ ਮਤਲਬ ਐਵੇਂ ਨਜਾਇਜ਼ ਹੀ ਚਲੇ ਜਾਣਾ, ਠੀਕ ਹੈ ਨਾ। ਤਾਂ ਮੇਰੇ ਕੋਲ ਕੋਈ ਰੀਜ਼ਨ ਨਹੀਂ ਲੈਂਦਾ ਮੈਂ ਇੰਨਾ ਜ਼ਿਆਦਾ ਪੈਸਾ ਇਕੱਠਾ ਕਰਾਂ ਲੋੜ ਤੋਂ ਵੱਧ। ਤਾਂ ਜਿਹੜਾ ਪੀੜ੍ਹੀ ਦਰ ਪੀੜ੍ਹੀ ਸਿਸਟਮ ਆ, ਇਸ ਚੀਜ਼ ਨੂੰ ਸਾਨੂੰ ਸਮਝਣਾ ਪੈਣਾ ਵੀ ਇਸ ਚੀਜ਼ ਤੋਂ ਸਾਨੂੰ ਇਸ ਚੀਜ਼ ਦੀ ਲੜਾਈ ਵੀ ਲੜਨੀ ਪੈਣੀ ਕਿਰਤੀ ਸਮਾਜ ਨੂੰ। ਕਿਉਂਕਿ ਜਿਹੜੇ ਬਹੁਤ ਵੱਡੇ ਲੋਕ ਨੇ, ਸਾਨੂੰ ਇੱਥੇ ਮਤਲਬ ਇੱਕ ਚੀਜ਼ ਸਮਝਣੀ ਪੈਣੀ ਆ ਵੀ ਸਾਨੂੰ ਥੋੜ੍ਹਾ ਜਿਹਾ ਮਤਲਬ ਸੋਚਣਾ ਪੈਣਾ ਇੱਧਰਲੇ ਪਾਸੇ। ਇਹਨੂੰ ਮੈਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਦੱਸ ਦੇਣਾ। ਸਾਨੂੰ ਇੱਕ ਕੰਡੀਸ਼ਨ ਰੱਖਣੀ, ਮਿਡਲ ਕਲਾਸ ਬਹੁਤ ਵੱਡਾ ਕਲਾਸ ਆ, ਮਿਡਲ ਕਲਾਸ ਬਹੁਤ ਵੱਡਾ ਕਲਾਸ ਆ, ਉਹਨੂੰ ਲੈਗੇਸੀ ਸਿਸਟਮ ਨੂੰ ਭੰਨਣਾ ਸ਼ੁਰੂ ਕਰਨਾ ਪੈਣਾ। ਕਿਉਂਕਿ ਜਿਹੜਾ ਮਿਡਲ ਕਲਾਸ ਆ ਉਹਨੂੰ ਇਹ ਆਵਾਜ਼ ਉਠਾਉਣੀ ਚਾਹੀਦੀ ਆ ਵੀ ਇੱਕ ਸਰਟਨ ਅਮਾਊਂਟ ਤੱਕ, ਕਿਉਂਕਿ ਆਪਾਂ ਨੂੰ ਆਪਣਾ ਡਰ ਰਹਿੰਦਾ ਵੀ ਆਪਣੀ ਮਾੜਾ ਮੋਟਾ ਚੱਲ ਆਪਣਾ ਅਗਲੀ ਪੀੜ੍ਹੀ ਨੂੰ ਦੇਣਾ ਤਾਂ ਜੋ ਦੇ ਕੈਨ ਸਰਵਾਈਵ ਵੈਲ। ਵੀ ਆਪਾਂ ਨੂੰ ਇੱਕ ਨੋਰਮਲ ਜੀ, ਚਲੋ ਇਹ ਤਾਂ ਇੱਕ ਨੋਰਮਲ ਜੀ ਗੱਲ ਹੋ ਜਾਂਦੀ। ਆਪਾਂ ਦੇਖਣਾ ਚਾਹੁੰਦੇ ਵੀ ਅਗਲੀ ਪੀੜ੍ਹੀ ਜਿਹੜੀ ਹੈਗੀ ਆ ਨਾ, ਵੀ ਜਾਂ ਅਗਲੇ ਜਿਹੜੇ ਚਲੋ ਬੱਚੇ ਆ ਕਮਜ਼ੋਰ ਲਾ ਲਓ, ਕੁਛ ਵੀ ਲਾ ਲਓ ਹੈ ਨਾ, ਅਗਲੇ ਪੀੜ੍ਹੀ ਲਾ ਲਓ, ਤੁਹਾਨੂੰ ਜਿੱਦਾਂ ਵੀ ਲੱਗਦਾ। ਜੇ ਆਪਾਂ ਗੁਰਬਾਣੀ ਦੇ ਤਹਿਤ ਕਰੀਏ ਤਾਂ ਜਿਹੜੇ ਆਉਣ ਵਾਲੀ ਨੈਕਸਟ ਜਨਰੇਸ਼ਨ ਆ ਮਨੁੱਖ ਨੇ ਹੈ ਨਾ, ਉਹ ਮਨੁੱਖੀ ਜੀਵਨ ਵਧੀਆ ਕਰ ਸਕਣ, ਬੈਟਰ ਕਰ ਸਕਣ। ਤਾਂ ਆਪਾਂ ਕਹਿ ਦਿੰਦੇ ਹਾਂ ਵੀ ਆਪਣੇ ਮਾੜੀ ਮੋਟੀ ਜਾਇਦਾਦ ਦਾ ਹਿੱਸਾ ਬੱਚਿਆਂ ਨੂੰ ਸੇਫਟੀ ਦੇ ਤੌਰ 'ਤੇ ਮਿਲ ਜੇ, ਪਰ ਲੋੜ ਤੋਂ ਵੱਧ ਮਿਲ ਜੇ ਉਹ ਖਰਾਬ ਹੀ ਕਰਦਾ ਹੁੰਦਾ, ਉਹ ਸਾਨੂੰ ਪਤਾ ਵਾ। ਤਾਂ ਸਾਨੂੰ ਕੁਛ ਨਾ ਕੁਛ ਇਸ ਪੁਆਇੰਟ 'ਤੇ ਆਉਣਾ ਚਾਹੀਦਾ, ਜਾਂ ਇਸ ਤਰ੍ਹਾਂ ਦੀ ਸਾਨੂੰ ਟਰਮ ਐਂਡ ਕੰਡੀਸ਼ਨਾਂ ਵਿੱਚ ਜਿਹੋ ਜਿਹੇ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਵੀ ਮਜਬੂਰ ਕਰਨ ਲਈ ਸਾਨੂੰ ਲਹਿਰ ਚਲਾਉਣੀ ਚਾਹੀਦੀ ਆ ਵੀ ਇੱਕ ਸਰਟਨ ਅਮਾਊਂਟ ਰੱਖ ਲਈਏ। ਮਤਲਬ ਲਾ ਲਓ ਵੀ 10 ਕਰੋੜ ਰੱਖ ਲਈਏ, 20 ਕਰੋੜ ਰੱਖ ਲਈਏ, ਚਲੋ 50 ਕਰੋੜ ਰੱਖ ਲਈਏ ਹੈ ਨਾ। ਇੱਕ ਮਿਡਲ ਕਲਾਸ ਅਪਰ ਕਲਾਸ, ਜਿਹੜਾ ਮਿਡਲ ਅਪਰ ਕਲਾਸ ਆ ਉਹਨੂੰ ਪ੍ਰੋਟੈਕਟ ਕਰਕੇ ਚੱਲੀਏ, ਕਿਉਂਕਿ ਸਾਡੇ ਜਿੰਨੇ ਲੋਕਾਂ ਦੀ ਜਮਹੂਰੀਅਤ ਵਧੂਗੀ ਜਾਂ ਲੋਕਾਂ ਦਾ ਜਮਾਵੜਾ ਵਧੂਗਾ, ਉਹਦੇ ਨਾਲ ਹੀ ਸਾਡਾ ਫਾਇਦਾ ਹੋਣਾ। ਤੇ ਆਪਾਂ ਲਾ ਲਓ 40-50 ਕਰੋੜ ਇਹੋ ਜਿਹਾ ਕੁਛ ਮਤਲਬ ਰੱਖ ਲਈਏ ਵੀ ਇਹ ਤੋਂ ਵੱਧ ਦੀ ਪ੍ਰਾਪਰਟੀ ਹੈਗੀ ਕਿਸੇ ਨੂੰ ਹੈ ਨਾ, ਤਾਂ ਉਹ ਜਿਹੜੀ ਹੈਗੀ ਆ ਉਹ ਸਰਕਾਰੀ ਖਜ਼ਾਨੇ 'ਚ ਜਾ ਕੇ ਉਹ ਜਿਹੜਾ ਮਤਲਬ ਕਮਜ਼ੋਰ ਵਰਗ ਆ ਜਾਂ ਮਤਲਬ ਲਾ ਲਿਆ ਜਿਹੜਾ ਗਰੀਬ ਤਬਕਾ ਵਾ ਨਾ, ਉਹਦੇ ਕੋਲ ਡਿਸਟਰੀਬਿਊਟ ਹੋਣੀ ਚਾਹੀਦੀ ਹੈ ਨਾ। ਜੇ ਆਪਾਂ ਇਸ ਪੱਖ ਵੱਲ ਨੂੰ ਵਧਾਂਗੇ ਤਾਂ ਇਹਦੇ ਨਾਲ ਕੀ ਆ, ਜਿਹੜੇ ਬਹੁਤੀਆਂ ਸਮੱਸਿਆਵਾਂ ਨੇ ਉਹਦਾ ਹੱਲ ਹੋਣ ਦੇ ਚਾਂਸ ਬਣੇ ਨੇ। ਹੁਣ ਇੱਥੇ ਇੱਕ ਹੋਰ ਵਿਚਾਰ ਆਉਂਦਾ ਵੀ ਇਹ ਚਲੋ ਅਗਲੇ ਟੌਪਿਕ 'ਚ, ਇਸ ਤੋਂ ਅਗਲੇ ਟੌਪਿਕ 'ਚ ਗੱਲ ਕਰਾਂਗੇ 5 ਵਿੱਚ।